ਦੇ ਵਿੱਚ ਫੌਜ ਜਿਹੜਾ ਨੌਜਵਾਨ ਸੀ ਉਸ ਵਕਤ ਰਾਸ਼ਟਰਪਤੀ ਸੀ ਅਮਰੀਕਾ ਦੇ ਵਿੱਚ ਅਬਰਾਹਮ ਲਿੰਕਨ। ਉਹਦੇ ਦੌਰਾਨ ਇੱਕ ਫੌਜ 'ਚ ਨੌਜਵਾਨ ਸੀ ਤੇ ਜਦੋਂ ਉਹ ਫੌਜ ਦੇ ਵਿੱਚ ਲੜਾਈ ਲਈ ਗਿਆ, ਗੋਲੀਆਂ ਚੱਲੀਆਂ, ਉਹ ਘਬਰਾ ਗਿਆ ਤੇ ਆਪਣੀ ਰਾਈਫਲ ਸੁੱਟ ਕੇ ਤੇ ਉੱਥੋਂ ਭੱਜ ਗਿਆ। ਉਹਦੇ ਕਿਸੇ ਸਾਥੀ ਦਾ ਧਿਆਨ ਨਹੀਂ ਉਹਦੇ ਉੱਤੇ ਪਿਆ, ਪਰ ਬਾਅਦ ਵਿੱਚ ਜਦੋਂ ਯੁੱਧ ਥੋੜਾ ਠੰਡਾ ਹੋਇਆ ਉਹਦੇ ਉੱਪਰ ਕੇਸ ਚੱਲਿਆ ਤੇ ਉਹਨੂੰ ਦੋਸ਼ੀ ਮੰਨ ਕੇ ਸਜ਼ਾ ਦੇ ਦਿੱਤੀ ਗਈ ਵੀ ਤੇਰੀ ਵਜ੍ਹਾ ਕਰਕੇ ਇੰਨੇ ਜਵਾਨ ਸਾਡੇ ਜਿਹੜੇ ਮਰ ਗਏ ਨੇ। ਕਿਉਂਕਿ ਜਦੋਂ ਫੌਜ ਦੇ ਜਵਾਨ ਕੋਈ ਲੜਾਈ ਦੇ ਮੈਦਾਨ 'ਚੋਂ ਭੱਜਦਾ ਏ ਤੇ ਜਿਹੜੇ ਦੂਜੇ ਉਹਦੇ ਸਾਥੀ ਹੁੰਦੇ ਆ ਉਹਨਾਂ ਦੇ ਵੀ ਹੌਸਲੇ ਜਿਹੜੇ ਨੇ ਗਿਰਾਵਟ ਵੱਲ ਚਲੇ ਜਾਂਦੇ ਨੇ ਤੇ ਉਹ ਵੀ ਭੱਜ ਸਕਦੇ ਨੇ। ਇਸ ਕਰਕੇ ਉਹਨਾਂ ਕਿਹਾ ਕਿ ਤੇਰੀ ਵਜ੍ਹਾ ਕਰਕੇ ਇੰਨੇ ਸਾਡੇ ਜਵਾਨ ਮਾਰੇ ਗਏ ਨੇ, ਤੂੰ ਦੇਸ਼ ਨਾਲ ਗੁਦਾਰੀ ਕੀਤੀ ਆ ਤੇ ਜੇ ਉਹ ਗੋਲੀ ਨਾਲ ਮਰੇ ਨੇ ਤੇ ਇਸ ਤਰੀਕ ਨੂੰ ਤੈਨੂੰ ਵੀ ਗੋਲੀ ਮਾਰ ਦਿੱਤੀ ਜਾਏਗੀ। ਜਦ ਉਹ ਜੇਲ੍ਹ ਵਿੱਚ ਬੰਦ ਆ, ਉਸ ਦਿਨ ਦਾ ਇੰਤਜ਼ਾਰ ਹੋ ਰਿਹਾ ਏ ਤੇ ਉਹਦਾ ਇੱਕ ਦੋਸਤ ਸੀ, ਇੱਕ ਦਿਨ ਕਿਸੇ ਪ੍ਰੋਗਰਾਮ ਵਿੱਚ ਗਿਆ ਹੋਇਆ ਸੀ ਤੇ ਉੱਥੇ ਅਬਰਾਹਮ ਲਿੰਕਨ ਵੀ ਆਏ ਹੋਏ ਸਨ ਔਰ ਉਹਨੇ ਆਪਣੇ ਦੋਸਤ ਦੀ ਰਿਕਵੈਸਟ ਕੀਤੀ ਕਿ ਉਹ ਮਨੁੱਖ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ, ਇਸ ਕਰਕੇ ਉਹਦੇ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ ਦੇਸ਼ ਪ੍ਰਤੀ, ਪਰ ਰਾਜਾ ਜੀ ਇੱਕ ਤੁਸੀਂ ਜੋ ਜਿਹੜੇ ਉਸ ਇਨਸਾਨ ਨੂੰ ਬਚਾ ਸਕਦੇ ਜੋ। ਅਬਰਿੰਕਨ ਦੇ ਵੀ ਮਨ 'ਚ ਦਇਆ ਆਈ, ਉਹਨੇ ਕਾਗਜ਼ ਲਿਆ ਔਰ ਉਹਦੇ ਉੱਤੇ ਲਿਖ ਦਿੱਤਾ ਕਿ ਫਲਾਣੇ ਮਨੁੱਖ ਨੂੰ ਮੈਂ ਮਾफ़ ਕਰਦਾ ਹਾਂ। ਅਮਰੀਕਾ ਦਾ ਰਾਸ਼ਟਰਪਤੀ ਅਬਰਾਹਮ ਲਿੰਕਨ ਸਾਈਨ ਮਾਰੇ ਔਰ ਉਸ ਮਨੁੱਖ ਨੂੰ ਦੇ ਦਿੱਤਾ ਉਹ ਪੇਪਰ। ਉਹ ਮਨੁੱਖ ਉਸ ਜਗ੍ਹਾ ਪਹੁੰਚਾ ਜਿੱਥੇ ਜੇਲ੍ਹ 'ਚ ਉਹ ਬੰਦ ਸੀ। ਜਦ ਉਹਨੇ ਜਾ ਕੇ ਉਹਨੂੰ ਆਪਣੇ ਦੋਸਤ ਨੂੰ ਵਿਖਾਇਆ ਕਿ ਦੇਖ ਮੈਂ ਤੇਰੇ ਲਈ ਰਾਸ਼ਟਰਪਤੀ ਕੋਲੋਂ ਮਾਫੀਨਾਮਾ ਲੈਣ ਦਾ ਏ, ਪਰ ਉਸ ਮਨੁੱਖ ਨੇ ਜਦੋਂ ਕਾਗਜ਼ ਪੜ੍ਹਿਆ ਉਹਦੇ ਉੱਪਰ ਜੋ ਲਿਖਿਆ ਸੀ ਤੇ ਸੁੱਟ ਦਿੱਤਾ ਦੂਰ ਔਰ ਕਹਿਣ ਲੱਗਾ ਕਿ ਤੂੰ ਵੀ ਹੁਣ ਮੇਰਾ ਦੋਸਤ ਹੋ ਕੇ ਮੇਰੇ ਨਾਲ ਮਜ਼ਾਕ ਕਰ ਰਿਹਾ। ਦੇਖ ਇਹ ਪੇਪਰ ਦੇ ਉੱਤੇ ਏਡੀ ਵੱਡੀ ਮੋਹਰ ਨਹੀਂ ਆ, ਇਹ ਪੇਪਰ ਦੇ ਉੱਪਰ ਆ ਨਹੀਂ ਆ, ਇਹ ਪੇਪਰ ਦੇ ਉੱਤੇ ਉਹ ਨਹੀਂ ਆ, ਤੂੰ ਮੇਰੇ ਨਾਲ ਮਜ਼ਾਕ ਕਰਦਾ ਪਿਆ ਹੈ। ਔਰ ਅਗਲੇ ਦਿਨ ਜਿਹੜਾ ਸਮਾਂ ਸੀ ਉਹਨੂੰ ਗੋਲੀ ਮਾਰਨ ਦਾ, ਅਗਲਾ ਹੀ ਦਿਨ ਸੀ, ਉਹ ਉਸ ਨੂੰ ਚਰਸਤੇ 'ਚ ਖੜਾ ਕਰਕੇ ਗੋਲੀ ਮਾਰ ਦਿੱਤੀ ਗਈ। ਕੁਝ ਸਮਾਂ ਨਿਕਲਣ ਤੋਂ ਬਾਅਦ ਫਿਰ ਉਸ ਮਨੁੱਖ ਦੀ ਜਿਹੜਾ ਉਹਦਾ ਦੋਸਤ ਸੀ ਅਬਰਾਹਮ ਲਿੰਕਨ ਨਾਲ ਮੁਲਾਕਾਤ ਹੋਈ। ਅਬਰਾਹਮ ਲਿੰਕਨ ਨੇ ਪੁੱਛਿਆ ਕਿ ਤੇਰੇ ਦੋਸਤ ਦਾ ਕੀ ਹਾਲ ਆ, ਤਾਂ ਉਸਨੇ ਕਿਹਾ ਸਰ ਉਹਨੂੰ ਤਾਂ ਗੋਲੀ ਮਾਰ ਦਿੱਤੀ ਗਈ ਆ। ਅਬਰਾਹਮ ਲਿੰਕਨ ਗੁੱਸੇ 'ਚ ਆਇਆ ਕਿ ਜਦ 24 ਘੰਟੇ ਪਹਿਲੇ ਮੈਂ ਉਹਨੂੰ ਮਾफ़ ਕਰ ਦਿੱਤਾ ਏ ਤੇ ਫਿਰ ਮੇਰੇ ਹੁਕਮ ਦੀ ਦੂਲੀ ਕਿਉਂ ਹੋਈ ਆ। ਅਮਰੀਕਾ ਦੇ ਬੁੱਧੀਜੀਵ ਲੋਕ, ਉਹ ਚੌਧਿਆਂ 'ਤੇ ਜਿਹੜੇ ਬੈਠੇ ਹੋਏ ਲੋਕ ਸਨ, ਉਹਨਾਂ ਦਾ ਇਕੱਠ ਕੀਤਾ ਗਿਆ ਤੇ ਇਸ ਦੇ ਉੱਪਰ ਵਿਚਾਰ ਕੀਤੀ ਗਈ ਕਿ ਦੇਸ਼ ਦੇ ਰਾਸ਼ਟਰਪਤੀ ਦੇ ਹੁਕਮ ਦੀ ਅਦੂਲੀ ਕੀਤੀ ਗਈ ਆ। ਜਦ ਇਸ ਗੱਲ ਦੇ ਉੱਤੇ ਵਿਚਾਰ ਹੋਇਆ ਤੇ ਰਿਜ਼ਲਟ ਜੋ ਨਿਕਲ ਕੇ ਆਇਆ ਤੁਸੀਂ ਜਾਣਦੇ ਹੀ ਜੋ, ਜੇ ਕਿਸੇ ਮਨੁੱਖ ਕੋਲ ਕੋਈ ਕ੍ਰਾਈਮ ਹੋ ਜੇ ਜਾਂ ਗਲਤ ਕੋਈ ਐਲੀਗੇਸ਼ਨ ਲਾ ਕੇ ਉਹਨੂੰ ਜੇਲ੍ਹ 'ਚ ਪਾ ਦਿੰਦਾ ਏ ਤੇ ਵਕੀਲ ਦੇ ਰਾਹੀਂ ਅਸੀਂ ਨਿਆਂਧੀਸ਼ ਦੇ ਸਾਹਮਣੇ ਆਪਣੀ ਗੱਲ ਰੱਖ ਸਕਦੇ ਹਾਂ, ਭਾਵੇਂ ਉਹ ਸਾਡੀ ਸਫਾਈ ਦੇ ਤੌਰ 'ਤੇ ਹੋਵੇ ਜਾਂ ਮਾਫੀ ਦੇ ਤੌਰ 'ਤੇ ਹੋਵੇ। ਨਿਆਂ ਕਰਨ ਵਾਲਾ ਜਿਹੜਾ ਮੈਜਿਸਟ੍ਰੇਟ ਆ, ਜੱਜ ਆ, ਇੱਕ ਵਕੀਲ ਦੇ ਰਾਹੀਂ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਆਪਣਾ ਪੱਖ ਪੇਸ਼ ਕਰ ਸਕਦੇ ਹਾਂ। ਔਰ ਜਦ ਵਕੀਲ ਸਾਡਾ ਕੇਸ ਲੜੇ ਉਸ ਤੋਂ ਪਹਿਲਾਂ ਸਾਨੂੰ ਵੀ ਪੇਪਰ 'ਤੇ ਸਾਈਨ ਕਰਨੇ ਪੈਂਦੇ। ਜਿਹੜਾ ਵੀ ਮਨੁੱਖ ਕਹਿਣ ਦਾ ਭਾਵ ਜੇਲ੍ਹ 'ਚ ਹੁੰਦਾ ਏ, ਉਹਨੂੰ ਉਸ ਫਾਈਲ ਦੇ ਉੱਪਰ ਸਾਈਨ ਕਰਨੇ ਹੁੰਦੇ ਆ। ਜਦ ਤੱਕ ਉਹ ਸਾਈਨ ਨਹੀਂ ਕਰਦਾ ਵਕੀਲ ਵੀ ਕੇਸ ਲੜ ਨਹੀਂ ਸਕਦਾ। ਸਾਈਨ ਕਰਨ ਦਾ ਮਤਲਬ ਹੁੰਦਾ ਕਿ ਅਸੀਂ ਉਸ ਗੱਲ ਨੂੰ ਐਕਸੈਪਟ ਕਰਦੇ ਹਾਂ, ਇਸ ਮਨੁੱਖ ਨੂੰ ਮੁਕਰਰ ਕਰਦੇ ਹਾਂ ਕਿ ਇਹ ਮੇਰਾ ਪੱਖ ਜਿਹੜਾ ਪੇਸ਼ ਕਰੇਗਾ ਔਰ ਜੋ ਪੱਖ ਪੇਸ਼ ਕਰੇਗਾ ਉਹ ਮੇਰੇ ਵੱਲੋਂ ਹੀ ਹੋਵੇਗਾ, ਮੇਰੀ ਸੱਚਾਈ ਹੋਵੇਗੀ। ਔਰ ਉਸ ਮਨੁੱਖ ਨੂੰ ਜਿਹਨੂੰ ਮਾਫੀਨਾਮਾ ਅਬਰਾਹਮ ਲਿੰਕਨ ਨੇ ਦੇ ਦਿੱਤਾ ਸੀ
ਉਸ ਮਾਫੀ ਨੂੰ ਮਾਫੀ ਕਰਕੇ ਸਵੀਕਾਰ ਕਰਨਾ ਸੀ, ਪਰ ਉਹਨੇ ਮਾਫੀ ਕਰਕੇ ਉਹਨੂੰ ਸਵੀਕਾਰ ਨਹੀਂ ਕੀਤਾ। ਤੇ ਉਸ ਵਿਚਾਰ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਸੀ ਕਿ ਰਾਜਾ ਜੀ ਭਾਵੇਂ ਤੁਸੀਂ 24 ਘੰਟੇ ਪਹਿਲਾਂ ਹੀ ਉਸ ਨੂੰ ਮਾਫ ਕਰ ਦਿੱਤਾ, ਪਰ ਤੁਹਾਡੀ ਮਾਫੀ ਨੂੰ ਉਹਨੇ ਮਾਫੀ ਕਰਕੇ ਸਵੀਕਾਰ ਨਹੀਂ ਕੀਤਾ। ਇਸ ਕਰਕੇ ਤੁਹਾਡੀ ਦਿੱਤੀ ਹੋਈ ਮਾਫੀ ਵੀ ਉਹਨੂੰ ਬਚਾ ਨਹੀਂ ਸਕੀ। ਪ੍ਰਭੂ ਯੀਸ਼ੂ ਨੇ ਸਾਰੀ ਹੀ ਦੁਨੀਆ ਲਈ 2000 ਸਾਲ ਪਹਿਲਾਂ ਹੀ ਆਪਣੇ ਲਹੂ ਨਾਲ ਲਿਖ ਦਿੱਤਾ ਹੈ ਕਿ ਮਾਫ ਕਰ ਦਿੱਤਾ। ਸਲੀਬ ਤੇ ਜਾਨ ਦੇਣ ਤੋਂ ਪਹਿਲਾਂ ਵੀ ਯੀਸ਼ੂ ਮਸੀਹ ਦੇ ਮੂੰਹ 'ਚੋਂ ਇਹੀ ਵਰਡ ਸੀ, ਹੇ ਪਿਤਾ ਇਹਨਾਂ ਨੂੰ ਮਾਫ ਕਰ। ਜਿਨ੍ਹਾਂ ਨੇ ਉਹਨੂੰ ਸਲੀਬ ਤੇ ਚਾੜਿਆ ਜਾਂ ਚੜਵਾਇਆ, ਉਹਨਾਂ ਬਾਰੇ ਵੀ ਪ੍ਰਭੂ ਕਹਿ ਰਿਹਾ, ਹੇ ਪਿਤਾ ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ। ਸਭ ਨੂੰ ਉਹਨੇ ਮਾਫ ਕਰ ਦਿੱਤਾ, ਪਰ ਜ਼ਰੂਰਤ ਆ ਕਿ ਅੱਜ ਅਸੀਂ ਉਸ ਮਾਫੀ ਨੂੰ ਮਾਫੀ ਕਰਕੇ ਸਵੀਕਾਰ ਕਰਦੇ ਹਾਂ। ਜੇ ਤਾਂ ਅਸੀਂ ਮਾਫੀ ਕਰਕੇ ਸਵੀਕਾਰ ਕਰਦੇ ਹਾਂ ਫਿਰ ਤਾਂ ਮਾਫੀ ਆ, ਪਰ ਜੇ ਮਾਫੀ ਕਰਕੇ ਸਵੀਕਾਰ ਨਹੀਂ ਕਰਦੇ ਤੇ ਯਿਸੂ ਮਸੀਹ ਦੀ ਦਿੱਤੀ ਹੋਈ ਮਾਫੀ ਵੀ ਉਸ ਮਨੁੱਖ ਦੇ ਕੰਮ ਨਹੀਂ ਆਵੇਗੀ ਜਿਹੜਾ ਉਸ ਮਾਫੀ ਨੂੰ ਮਾਫੀ ਕਰਕੇ ਸਵੀਕਾਰ ਨਹੀਂ ਕਰਦਾ। ਵਚਨ ਚੋਂ ਪੜ੍ਹਨ ਜਾ ਰਿਹਾ ਹਾਂ, ਰੋਮੀਆਂ ਦੀ ਕਿਤਾਬ ਤੋਂ 5 ਅਧਿਆਏ ਔਰ ਉਸ ਦਾ ਅਸੀਂ 8 ਔਰ 9 ਆਇਤ ਪੜ੍ਹਦੇ ਹਾਂ। ਰੋਮੀਆਂ 5 ਦੀ 8। ਪਰੰਤੂ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ, ਭਾਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕਰੋਧ ਤੋਂ ਬਚ ਜਾਵਾਂਗੇ। ਹੁਣ ਪਰਮੇਸ਼ਰ ਦਾ ਪਿਆਰ ਸੀ, ਇਹ ਪਰਮੇਸ਼ਰ ਦਾ ਸੰਸਾਰ ਨਾਲ ਪਿਆਰ ਆ ਕਿ ਉਹਨੇ ਆਪਣੇ ਪੁੱਤਰ ਯਿਸੂ ਨੂੰ ਇਸ ਧਰਤੀ ਤੇ ਸਾਡੇ ਲਈ ਭੇਜਿਆ। ਸਾਰੇ ਹੀ ਮਨੁੱਖ ਪਾਪੀ ਹਾਂ। ਜਦੋਂ ਇੱਕ ਸੰਭੋਗ ਕਿਰਿਆ ਦੇ ਵਿੱਚੋਂ ਦੀ ਗੁਜ਼ਰ ਕੇ ਅਸੀਂ ਪੈਦਾ ਹੁੰਦੇ ਹਾਂ ਤੇ ਇਹ ਪਾਪ ਦੀ ਹੀ ਪ੍ਰਕਿਰਿਆ ਹੈ। ਇਸ ਕਰਕੇ ਹਰ ਮਨੁੱਖ ਜਿਹੜਾ ਸੰਭੋਗ ਨਾਲ ਪੈਦਾ ਹੁੰਦਾ ਹੈ ਉਹ ਪਾਪੀ ਹੀ ਮੰਨਿਆ ਜਾਂਦਾ ਹੈ ਪਰਮੇਸ਼ਰ ਦੀ ਹਜ਼ੂਰੀ 'ਚ। ਇਸ ਕਰਕੇ ਪਰਮੇਸ਼ਰ ਨੇ ਯਿਸੂ ਮਸੀਹ ਨੂੰ ਧਰਤੀ ਦੇ ਉੱਤੇ ਸਾਡੇ ਲਈ ਮਰਨ ਲਈ ਭੇਜਿਆ, ਕਿਉਂਕਿ ਇੱਕ ਪਾਪ ਤੋਂ ਰਹਿਤ ਭੇਟ ਚਾਹੀਦੀ ਸੀ, ਬਲੀਦਾਨ ਚਾਹੀਦਾ ਸੀ। ਔਰ ਜਦ ਸੰਭੋਗ ਦੀ ਪ੍ਰਕਿਰਿਆ ਨਾਲ ਪੈਦਾ ਹੋਣ ਵਾਲਾ ਇਨਸਾਨ, ਉਹਦੇ ਅੰਦਰ ਜਿਹੜਾ ਲਹੂ ਆ ਉਹ ਪਵਿੱਤਰ ਨਹੀਂ ਆ, ਤਾਂ ਕਰਕੇ ਯਿਸੂ ਨੂੰ ਇੱਕ ਕੁਆਰੀ ਤੋਂ ਜਨਮ ਲੈਣਾ ਪਿਆ। ਔਰ ਸਾਇੰਟਿਸਟ ਵੀ ਅੱਜ ਇਸ ਗੱਲ ਨੂੰ ਸਾਬਤ ਕਰ ਚੁੱਕੇ ਨੇ। ਜਿਵੇਂ ਅਸੀਂ ਦੇਖਿਆ ਸੀ ਕਿ ਜਦ ਡਾਕਟਰ ਰੋਨ ਨੇ DNA ਟੈਸਟ ਕਰਨ ਵਾਸਤੇ ਉਸ ਲਹੂ ਦਾ ਕਿਹਾ ਤੇ ਉਹਦੇ ਅੰਦਰ 23 ਕ੍ਰੋਮੋਸੋਮ ਪਾਏ ਗਏ ਸੀ, ਜਦ ਕਿ ਹਰ ਆਦਮੀ ਦੇ ਅੰਦਰ, ਹਰ ਔਰਤ ਦੇ ਅੰਦਰ 46 ਜਾਨੀ ਜੁਆਇੰਟ ਹੋ ਕੇ ਇੱਕ ਜੋੜਾ ਮੰਨਿਆ ਜਾਂਦਾ। ਅਗਰ 23 ਕ੍ਰੋਮੋਸੋਮ ਜਿਹੜੇ ਆ ਮਾਂ ਵਾਲੀ ਲਾਈਨ ਤੋਂ ਆਉਂਦੇ ਆ ਤੇ 23 ਕ੍ਰੋਮੋਸੋਮ ਪਿਓ ਵਾਲੀ ਲਾਈਨ 'ਚੋਂ ਆਉਂਦੇ ਆ। ਔਰ ਕ੍ਰੋਮੋਸੋਮ ਦੇ ਅੰਦਰ ਜਿਹੜੇ ਸੈੱਲ ਨੇ ਉਹ ਸੈੱਲ ਹੀ ਨਿਰਧਾਰਿਤ ਕਰਦੇ ਨੇ ਸਾਡੀਆਂ ਅੱਖਾਂ ਦਾ ਰੰਗ, ਜਾਣੀ ਉਹਦੇ ਅੰਦਰ ਹਰ ਜਾਣਕਾਰੀ ਹੁੰਦੀ ਆ। ਵਾਲਾਂ ਦਾ ਰੰਗ, ਸਾਡੀ ਹਾਈਟ, ਸਾਡਾ ਸਰੀਰ ਕਿੰਨਾ ਮੋਟਾ ਹੋਵੇਗਾ, ਕਿੰਨਾ ਲੰਬਾ ਹੋਵੇਗਾ, ਹਰ ਚੀਜ਼ ਦੀ ਉਹਦੇ ਅੰਦਰ ਜਾਣਕਾਰੀ ਹੁੰਦੀ ਆ ਉਹ ਸੈੱਲ ਦੇ ਅੰਦਰ। ਕ੍ਰੋਮੋਸੋਮ ਤੋਂ ਹੀ ਇੱਕ ਨਵਾਂ, ਅਸੀਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਕਿ ਵਾਕਿਆ ਹੀ ਯਿਸੂ ਮਸੀਹ ਜੋ ਅੱਜ ਦੇ ਸਾਇੰਟਿਸਟ ਕਹਿ ਰਹੇ ਨੇ ਕਿ ਉਸ ਲਹੂ ਦੇ ਅੰਦਰ 23 ਕ੍ਰੋਮੋਸੋਮ ਸੀ। ਕੀ ਬਾਈਬਲ ਦੇ ਅੰਦਰ ਇਸ ਦਾ ਜ਼ਿਕਰ ਹੈ? ਜੇ ਦੇਖਣਾ ਚਾਹੁੰਦੇ ਹੋ ਤੇ ਆਓ ਫਿਰ ਮੇਰੇ ਨਾਲ ਉਤਪਤ ਦੀ ਕਿਤਾਬ 3 ਅਧਿਆਏ ਵੇਖਦੇ ਹਾਂ ਕਿ ਕਈ ਸਾਇੰਸਦਾਨ ਦੀ ਇਹ ਗੱਲ ਬਾਈਬਲ ਵਿੱਚ ਦਰਜ ਹੈ। ਉਤਪਤ ਦੀ ਕਿਤਾਬ
3 ਅਧਿਆਏ ਉਹਦੀ 15 ਆਇਤ ਅਸੀਂ ਪੜ੍ਹਦੇ ਹਾਂ। ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਕੀ ਤੁਸੀਂ ਸੁਣ ਰਹੇ ਜੋ? ਤੀਵੀਂ ਦੀ ਸੰਤਾਨ। ਜਦੋਂ ਆਪਾਂ ਹਿੰਦੀ ਦੀ ਬਾਈਬਲ ਪੜ੍ਹਦੇ ਹਾਂ ਤੇ ਹਿੰਦੀ ਦੀ ਬਾਈਬਲ ਵਿੱਚ ਲਿਖਿਆ ਤੀਵੀਂ ਦਾ ਵੰਸ਼, ਪਰ ਸੰਸਾਰ ਵਿੱਚ ਵੰਸ਼ ਤਾਂ ਮਨੁੱਖ ਦਾ ਹੁੰਦਾ ਹੈ। ਤੀਵੀਂ ਦੁਆਰਾ ਵੰਸ਼ ਅੱਗੇ ਆਉਂਦਾ ਏ, ਪਰ ਵੰਸ਼ ਚੱਲਦਾ ਕਿਹਦਾ ਏ? ਮਨੁੱਖ ਦਾ। ਪਰ ਇੱਥੇ ਬਾਈਬਲ 'ਚ ਜ਼ਿਕਰ ਆ ਰਿਹਾ ਤੀਵੀਂ ਦਾ ਵੰਸ਼। ਔਰ ਅਗਰ ਵਾਕਿਆ ਹੀ ਤੁਸੀਂ ਭਗਤੀਵਾਨ ਜੋ, ਪਰਮੇਸ਼ਰ ਤੇ ਭਰੋਸਾ ਰੱਖਦੇ ਜੋ, ਮੰਨਦੇ ਜੋ, ਮਾਇਨਾ ਨਹੀਂ ਰੱਖਦਾ ਕਿ ਕਿਸ ਧਰਮ ਵਿੱਚ ਜੋ, ਕਿਸ ਮਜ਼ਹਬ ਵਿੱਚ ਜੋ, ਕਿਸ ਜਾਤੀ ਵਿੱਚ ਜੋ, ਅਮੀਰ ਜੋ ਜਾਂ ਗਰੀਬ ਜੋ, ਰਾਤ ਨੂੰ ਰੋਟੀ ਖਾਣ ਨੂੰ ਮਿਲਦੀ ਆ ਕਿ ਨਹੀਂ ਮਿਲਦੀ, ਮਾਇਨਾ ਨਹੀਂ ਰੱਖਦੀ ਇਹ ਗੱਲ। ਸੋਚੋ ਕਿ ਤੀਵੀਂ ਦੀ ਸੰਤਾਨ ਬਾਰੇ ਪਰਮੇਸ਼ਰ ਨੇ ਉਸ ਵਕਤ ਕਿਹਾ ਹੈ ਕਿ ਤੀਵੀਂ ਦੀ ਸੰਤਾਨ ਹੋਵੇਗੀ, ਤੀਵੀਂ ਦੀ ਸੰਤਾਨ ਇਸ ਧਰਤੀ ਤੇ ਆਵੇਗੀ, ਇੱਕ ਔਰਤ ਦੀ ਸੰਤਾਨ। ਜਿਹੜੀ ਗੱਲ ਇਜ਼ਰਾਈਲ ਦੇ ਲਾਈਵ ਦੇ ਵਿੱਚ ਉਹ ਸਾਇੰਟਿਸਟਾਂ ਨੇ ਕਲੀਅਰ ਕੀਤੀ ਆ, ਡਾਕਟਰ ਰੋਨ ਦੇ ਦੁਆਰਾ ਕਹਿਣ ਤੇ, ਕਿ 23 ਕ੍ਰੋਮੋਸੋਮ ਨੇ ਉਸ ਬਲੱਡ ਦੇ ਅੰਦਰ ਜਿਹੜਾ ਡਾਕਟਰ ਰੋਨ ਲੈ ਕੇ ਆਇਆ, ਤੇ ਤੀਵੀਂ ਦੀ ਸੰਤਾਨ ਜਿਹੜੀ ਆ, ਇਹ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਪਹਿਲਾਂ ਹੀ ਕਹਿ ਦਿੱਤਾ। ਤੇ ਕਦ ਕੀ ਕਿਹਾ ਵਾ? ਜਦ ਪਰਮੇਸ਼ਰ ਇਸ ਸ੍ਰਿਸ਼ਟੀ ਦੀ ਅਜੇ ਰਚਨਾ ਹੀ ਕਰਦਾ ਪਿਆ ਸੀ। ਸੂਰਜ ਬਣਾਇਆ, ਚੰਦਰਮਾ ਬਣਾਇਆ, ਤਾਰੇ ਬਣਾਏ, ਜ਼ਮੀਨ ਬਣਾਈ, ਸਮੁੰਦਰ ਬਣਾਇਆ, ਜੀਵ ਜੰਤੂ ਬਣਾਏ ਤੇ ਮਨੁੱਖ ਬਣਾਇਆ। ਧਰਤੀ ਦੇ ਵਿੱਚ ਚੰਦ ਲੋਕ ਨੇ। ਕੌਣ ਕੌਣ ਆ? ਆਦਮ, ਜਿਹੜਾ ਧਰਤੀ ਤੇ ਸਭ ਤੋਂ ਪਹਿਲਾ ਮਨੁੱਖ ਬਣਿਆ, ਹਵਾ, ਤੇ ਉਸ ਤੋਂ ਬਾਅਦ ਹਵਾ ਜਦ ਅਜੇ ਪਹਿਲੀ ਹੀ ਪ੍ਰੈਗਨੈਂਸੀ ਵਿੱਚ ਆ, ਫਸਟ ਹੀ ਪ੍ਰੈਗਨੈਂਸੀ ਉਹਨੂੰ ਹੋਈ ਆ, ਹੋਰ ਕੋਈ ਮਨੁੱਖ ਨਹੀਂ ਆ ਧਰਤੀ ਤੇ। ਕੌਣ ਕੌਣ ਆ? ਆਦਮ ਤੇ ਉਹਦੀ ਪਤਨੀ ਹਵਾ, ਇਹੀ ਜੋੜਾ ਵਾ। ਔਰ ਪਹਿਲੀ ਹੀ ਪ੍ਰੈਗਨੈਂਸੀ ਉਸ ਔਰਤ ਨੂੰ ਹੋਈ ਆ, ਉਸ ਵਕਤ ਹੀ ਪਰਮੇਸ਼ਰ ਨੇ ਬੋਲ ਦਿੱਤਾ। ਹੁਣ ਸੋਚੋ, ਇੱਥੇ ਕੋਈ ਧਰਮ ਨਹੀਂ ਆ, ਕੋਈ ਮਜ਼ਹਬ ਨਹੀਂ ਆ, ਕੋਈ ਜਾਤ ਨਹੀਂ ਆ। ਜਾਤਾਂ, ਮਜ਼ਹਬ ਤੇ ਧਰਮ ਤਾਂ ਬਾਅਦ 'ਚ ਬਣੇ ਆ, ਪਰ ਪਰਮੇਸ਼ਰ ਨੇ ਤੀਵੀਂ ਦੀ ਸੰਤਾਨ ਇਸ ਧਰਤੀ ਤੇ ਆਵੇਗੀ, ਉਸ ਦਾ ਜ਼ਿਕਰ ਤੇ ਉਸ ਵਕਤ ਹੀ ਕਰਤਾ ਜਦੋਂ ਇਸ ਕਾਇਨਾਤ ਦੀ ਉਹ ਸ੍ਰਿਸ਼ਟੀ ਕਰਦਾ ਪਿਆ ਸੀ। ਬਾਈਬਲ ਦੇ ਵਿੱਚ ਉਤਪਤ ਦੀ ਕਿਤਾਬ ਸਾਰਾ ਉਹ ਸਮਾਂ ਬਿਆਨ ਕਰ ਰਹੀ ਆ ਜਦੋਂ ਪਰਮੇਸ਼ਰ ਇਸ ਧਰਤੀ ਦੀ, ਇਸ ਕਾਇਨਾਤ ਦੀ ਸ੍ਰਿਸ਼ਟੀ ਕਰਦਾ ਪਿਆ ਹੈ। ਔਰ ਸ੍ਰਿਸ਼ਟੀ ਕਰਦੇ ਸਮੇਂ ਹੀ ਉਹਨੇ ਕਹਿ ਦਿੱਤਾ ਸੀ ਕਿ ਇਸ ਧਰਤੀ ਦੇ ਉੱਤੇ ਤੀਵੀਂ ਦੀ ਸੰਤਾਨ ਹੋਵੇਗੀ। ਤੇ ਫਿਰ ਅਸੀਂ ਕੀ ਅੱਜ ਇਸ ਤੇ ਵਿਚਾਰ ਕਰ ਸਕਦੇ ਹਾਂ ਕਿ ਬਾਈਬਲ ਜਿਹੜੀ ਆ ਉਹ ਸਾਈਆਂ ਨੂੰ ਨਹੀਂ ਪ੍ਰੈਜ਼ੈਂਟ ਕਰ ਰਹੀ, ਸਾਈਆਂ ਬਾਰੇ ਹੀ ਨਹੀਂ ਬਿਆਨ ਕਰ ਰਹੀ। ਇਹ ਪਰਮੇਸ਼ਰ ਦਾ ਉਹ ਵਚਨ ਆ ਜਿਹੜੀ ਸਾਰੀ ਹੀ ਸ੍ਰਿਸ਼ਟੀ ਦੇ ਬਾਰੇ ਬਿਆਨ ਕਰਦੀ ਆ, ਔਰ ਸ੍ਰਿਸ਼ਟੀ ਕਰਨ ਵਾਲੇ ਪਰਮੇਸ਼ਰ ਬਾਰੇ ਸਾਨੂੰ ਸਮਝਾਉਂਦੀ ਆ। ਅੱਗੇ ਜਾ ਕੇ ਮੈਂ ਦੱਸਾਂਗਾ ਕਿ ਬਾਈਬਲ ਅਸਲ 'ਚ ਹੈ ਕੀ ਆ। ਔਰ ਇਸ ਜਗ੍ਹਾ ਦੇ ਉੱਪਰ ਪਹਿਲੇ ਹੀ ਖੁਦਾ ਨੇ ਕਹਿ ਦਿੱਤਾ ਸੀ ਕਿ ਤੀਵੀਂ ਦੀ ਸੰਤਾਨ ਪੈਦਾ ਹੋਵੇਗੀ, ਔਰ ਇਸ ਕਰਕੇ ਤੀਵੀਂ ਦੀ ਸਾਈਡ ਵਾਲੇ ਹੀ ਕ੍ਰੋਮੋਸੋਮ ਉਸ ਖੂਨ ਦੇ ਅੰਦਰ ਪਾਏ ਗਏ ਨੇ, ਜਿਹੜਾ ਖੂਨ ਯਿਸੂ ਮਸੀਹ ਦੇ ਬਦਨ 'ਚੋਂ ਵਗਿਆ। ਔਰ ਡਾਕਟਰ ਰੋਨ ਵੈਲਟ ਨੇ ਉਸ ਖੂਨ ਨੂੰ ਲੈਬ 'ਚ ਖੜ ਕੇ ਟੈਸਟ ਕੀਤਾ ਗਿਆ, ਕਿਉਂਕਿ ਮਨੁੱਖ ਵਾਲੀ ਸਾਈਡ ਦਾ ਕੋਈ ਵੀ ਕ੍ਰੋਮੋਸੋਮ ਉਹਦੇ ਅੰਦਰ ਨਹੀਂ ਆ। ਇਹੀ ਗੱਲ ਸਾਬਤ ਅੱਜ ਸਾਇੰਸਦਾਨਾਂ ਰਾਹੀਂ ਹੋ ਰਹੀ ਆ ਕਿ ਜਿਹੜਾ ਯਿਸੂ ਦੀ ਪੈਦਾਇਸ਼ ਆ ਉਹ ਇੱਕ ਤੀਵੀਂ ਤੋਂ ਹੋਈ ਆ, ਇੱਕ ਔਰਤ ਤੋਂ ਹੋਈ ਆ, ਬਿਨਾਂ ਮਨੁੱਖ ਦੇ ਮਿਲਾਪ ਦੇ।
मेरे को बाइबल के होर भी वचन ने जो इस गल के उत्ते चानना पाउंदे ने, जिहड़ा असीं पढ़ सकते हाँ। यशाया 7:14 यशाया 7 अध्याय ਉਹਦੀ 14 आयत ਵਿੱਚ इस तरह प्रभु के वचन च लिखिया, इस ਲਈ प्रभु आप ਤੁਹਾਨੂੰ एक निशान देवेगा, ਵੇਖੋ एक कुंवारी गर्भवती होवेगी। की सुन रहे हैं इत्थे आपां? एक कुंवारी गर्भवती होवेगी ਅਤੇ पुत्र जनेगी। कुंवारी ही लटकी गर्भवती होएगी ਤੇ ਉਹ ਪੁੱਤਰ ਨੂੰ जन्म देवेगी। ਤੇ परमेश्वर ਦਾ ਜਦੋਂ ਉਹ ਸ੍ਰਿਸ਼ਟੀ ਦੀ ਰਚਨਾ ਕਰ ਰਿਹਾ ਤੇ ਉਹਨੇ ਵਾਅਦਾ ਕੀਤਾ ਸੀ ਕਿ ਇੱਕ ਤੀਵੀਂ ਦੀ ਸੰਤਾਨ ਹੋਵੇਗੀ। ਉਹ ਪਰਮੇਸ਼ਰ ਦਾ ਵਚਨ ਪੂਰਾ ਹੋਵੇ, ਉਸ ਨੂੰ ਯਸ਼ਾਇਆ ਨੇ ਯਸ਼ੂ ਦੇ ਜਨਮ ਤੋਂ 712 ਸਾਲ ਪਹਿਲੇ ਹੀ ਬਿਆਨ ਕੀਤਾ ਹੈ। ਯਾਨੀ ਦੁਬਾਰਾ ਭਵਿੱਖਬਾਣੀ ਧਰਤੀ ਦੇ ਲੋਕਾਂ ਦੇ ਉੱਤੇ ਕੀਤੀ ਗਈ ਆ। ਉਹਨਾਂ ਨੂੰ ਸਮਝਾਇਆ ਗਿਆ, ਜਿਹੜਾ ਉਸ ਸਮੇਂ ਦਾ ਨਬੀ ਸੀ, ਪ੍ਰੋਫਟ ਸੀ ਯਸ਼ਾਇਆ, खुदा ਦਾ ਸੰਤ, ਉਸ ਦੁਆਰਾ ਪਰਮੇਸ਼ਰ ਨੇ ਫੇਰ ਵਚਨ ਲੋਕਾਂ ਨੂੰ ਯਾਦ ਦਿਲਾਇਆ ਏ ਕਿ ਪਰਮੇਸ਼ਰ ਜਿਹੜਾ ਇਸ ਧਰਤੀ ਦੇ ਉੱਤੇ ਆਪਣਾ ਉਹ ਵਚਨ ਪੂਰਾ ਕਰਨ ਜਾ ਰਿਹਾ ਜੋ ਉਹਨੇ ਸ੍ਰਿਸ਼ਟੀ ਕਰਦਿਆਂ ਹੀ ਕਿਹਾ ਸੀ ਕਿ ਇਸ ਧਰਤੀ ਦੇ ਉੱਤੇ ਤੀਵੀਂ ਦੀ ਸੰਤਾਨ ਹੋਵੇਗੀ। ਔਰ ਯਸ਼ਾਇਆ ਨੇ ਵੀ ਉਸੇ ਚੀਜ਼ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਇੱਕ ਕੁਵਾਰੀ ਗਰਭਵਤੀ ਹੋਵੇਗੀ ਤੇ ਉਹ ਪੁੱਤਰ ਨੂੰ ਜਨਮ ਦੇਵੇਗੀ। ਯਸ਼ਾਇਆ ਨੇ ਯਸ਼ੂ ਦੇ ਜਨਮ ਤੋਂ 712 ਸਾਲ ਪਹਿਲੇ ਹੀ ਇਹ ਇਸ ਧਰਤੀ ਤੇ ਬੋਲਿਆ ਏ, ਪ੍ਰਚਾਰ ਕੀਤਾ ਏ। ਔਰ ਆਓ ਹੁਣ ਵਚਨ ਚੋਂ ਫਿਰ ਦੇਖਦੇ ਹਾਂ ਕਿ ਯਸ਼ੂ ਦਾ ਜਨਮ ਕਿਵੇਂ ਹੁੰਦਾ ਏ। ਮੱਤੀ ਦੀ ਇੰਜੀਲ परमेश्वर का पुत्र कितना 1:18 ਯਸ਼ੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਅਮ ਦੀ ਯੂਸਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਮਰੀਅਮ ਜਿਹਦੀ ਮੰਗਣੀ ਤੇ ਹੋਈ ਸੀ ਪਰ ਅਜੇ ਵਿਆਹੀ ਹੋਈ ਨਹੀਂ ਸੀ, ਪਵਿੱਤਰ ਆਤਮਾ ਤੋਂ ਪਹਿਲਾਂ ਹੀ ਉਹ ਗਰਭਵਤੀ ਪਾਈ ਗਈ ਆ। ਮੰਗਣੀ ਜਦੋਂ ਹੋਈ ਆ ਉਸ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਦੇ ਨਾਲ ਗਰਭਵਤੀ ਹੋਈ ਆ ਕਿ ਉਹਦਾ ਵਿਆਹ ਹੋਵੇ ਉਸ ਤੋਂ ਪਹਿਲਾਂ ਹੀ ਉਹ ਗਰਭਵਤੀ ਆ। ਤੇ ਕਾਹਦੇ ਤੱਕ ਗਰਭਵਤੀ ਆ? ਪਵਿੱਤਰ ਆਤਮਾ ਤੋਂ। ਹੁਣ ਪਵਿੱਤਰ ਆਤਮਾ ਕੋਈ ਮਨੁੱਖ ਨਹੀਂ ਆ, ਜਿਸ ਚੀਜ਼ ਤੋਂ ਗਰਭਵਤੀ ਉਹ ਕੋਈ ਮਨੁੱਖ ਨਹੀਂ ਆ। ਪਵਿੱਤਰ ਆਤਮਾ ਹੈ ਕੀ ਆ, ਇਹ ਵੀ ਅੱਜ ਸਮਝਣ ਦੀ ਸਾਨੂੰ ਬੜੀ ਲੋੜ ਆ। ਤੇ ਜੇ ਸਮਝਣਾ ਚਾਹੁੰਦੇ ਹਾਂ ਵੀ ਪਵਿੱਤਰ ਆਤਮਾ ਹੈ ਕੀ ਆ, ਤੇ ਆਓ ਫਿਰ ਬਾਈਬਲ 'ਚ ਚੱਲਦੇ ਹਾਂ। ਯਹੂਨਾ ਦੀ ਅੰਜੀਲ ਉਹਦਾ 4 ਅਧਿਆਏ 4:24 ਪੜ੍ਹਦੇ ਹਾਂ ਕਿ ਪਵਿੱਤਰ ਆਤਮਾ ਹੈ ਕੀ ਆ। ਪਰਮੇਸ਼ਰ ਆਤਮਾ ਹੈ। ਵਚਨ 'ਚ ਕੀ ਲਿਖਿਆ? ਆਤਮਾ ਕੀ ਆ? ਪਰਮੇਸ਼ਰ। ਵਚਨ ਦੇ ਵਿੱਚ ਲਿਖਿਆ ਮੱਤੀ ਦੀ ਇੰਜੀਲ ਯਹੂਨਾ ਦੀ ਇੰਜੀਲ ਕਿ ਆਤਮਾ ਕੀ ਆ? ਪਰਮੇਸ਼ਰ। ਤੇ ਫਿਰ ਮਰੀਅਮ ਗਰਭਵਤੀ ਕਿਹਦੇ ਤੋਂ ਹੋਈ ਆ? ਪਰਮੇਸ਼ਰ ਦੁਆਰਾ ਹੀ। ਤੇ ਪਰਮੇਸ਼ਰ ਮਨੁੱਖ ਦੀ ਤਰ੍ਹਾਂ ਕਿਸੇ ਨਾਲ ਰਿਲੇਸ਼ਨ ਨਹੀਂ ਬਣਾਉਂਦਾ ਕਿ ਫਿਜ਼ੀਕਲ ਰਿਲੇਸ਼ਨ ਬਣਾਏਗਾ ਤੇ ਫਿਰ ਉਹ ਕਿਸੇ ਨੂੰ ਗਰਭਵਤੀ ਕਰੇਗਾ, ਕਿਉਂਕਿ ਪਰਮੇਸ਼ਰ ਨੇ ਐਡਾ ਵੱਡਾ ਆਕਾਸ਼ ਬਣਾਇਆ, ਐਡੀ ਵੱਡੀ ਧਰਤੀ ਬਣਾਈ, ਸਮੁੰਦਰ ਬਣਾਇਆ।